ਜਦੋਂ ਮੈਂ ਇਸ ਤਰ੍ਹਾਂ ਦੀ ਜਗ੍ਹਾ ਤੇ ਆਉਂਦਾ ਤੇ ਮੇਰਾ ਦਿਲ ਜਮਾ ਹੀ ਦੁਖਦਾ, ਮਨ ਮੇਰਾ ਜਿਹੜਾ ਵਾ ਬਹੁਤ ਦੁਖਦਾ ਕਿ ਅਸੀਂ ਕੀ ਕਰਦੇ ਪਏ ਆ। ਅਸੀਂ ਇਤਿਹਾਸ ਨਹੀਂ ਅਸੀਂ ਇਹਨਾਂ ਦੇ ਰਿਸਪੌਂਸਿਬਲ ਸੀਗੇ। ਇਹ ਸਾਡਾ ਇਤਿਹਾਸ ਸੀਗਾ, ਇਹ ਸਾਡੀ ਤਾਰੀਖ ਸੀਗੀ, ਸਾਡੇ ਖਿੱਤੇ ਸੀਗੇ। ਮਿਸਰ ਨੇ ਫਰਿਓਨਾਂ ਦੀਆਂ ਬਚਾ ਕੇ ਤੇ ਕਿੰਨਾ ਪੈਸਾ ਕਮਾ ਰਿਹਾ, ਔਰ ਅਸੀਂ ਪੈਸੇ ਹੀ ਕਰਦੇ ਜਾ ਰਹੇ ਹਾਂ, ਹਰ ਚੀਜ਼ ਖਤਮ ਕਰਦੇ ਜਾ ਰਹੇ ਹਾਂ ਲਾਲਚ ਵਿੱਚ। ਇੱਕ ਬਾਬਰੀ ਮਸਜਿਦ ਢਾਈ ਸੀ ਉਹਨਾਂ ਨੇ, ਕੱਟੜਪੰਥੀ ਹਿੰਦੂਆਂ ਨੇ 1992 ਦੇ ਵਿੱਚ। ਉਹਨਾਂ ਨੇ ਵੀ ਮਾੜਾ ਕੀਤਾ ਸੀ, ਜਦਕਿ ਕੋਈ ਇਤਿਹਾਸਿਕ ਸੀ, ਹਿਸਟੋਰੀਕਲ ਸੀ, ਪਰ ਕਿਸੇ ਇੰਝ ਦੀ ਨਹੀਂ ਸੀਗੀ ਕਿ ਕਿਸੇ ਵਲੀਉੱਲਾ ਨੇ, ਕਿਸੇ ਪ੍ਰੋਫਟ ਨੇ, ਕਿਸੇ ਸੰਤ ਸਾਧੂ ਨੇ ਬਣਾਈ ਹੋਵੇ। ਬਾਬਰ ਨੇ ਬਣਾਈ ਸੀਗੀ। ਮਾੜਾ ਕੀਤਾ ਉਹਨਾਂ ਨੇ, ਪਰ ਅਸੀਂ ਕੀ ਕੀਤਾ? ਇੱਕ ਬਾਬਰੀ ਮਸਜਿਦ ਮੈਂ ਪਾਕਿਸਤਾਨ ਦੇ ਵਿੱਚ 100 ਦੇ ਹਿਸਾਬ ਨਾਲ ਮੰਦਰ, ਗੁਰਦੁਆਰੇ, ਮੜੀਆਂ ਤਬਾਹ ਕਰ ਛੱਡੀਆਂ। ਅਸੀਂ ਚੰਗਾ ਕੀਤਾ? ਇੱਕ ਦਾ ਬਦਲਾ ਅਸੀਂ ਆਪਦੀ ਤਾਰੀਖ ਅਸੀਂ ਤਬਾਹ ਕਰਤੀ। ਫਿਰ ਸਾਨੂੰ ਇਹ ਨਹੀਂ ਪਤਾ ਕਿ ਮੜੀ, ਮੰਦਰ, ਗੁਰਦੁਆਰੇ 'ਚ ਕੀ ਫਰਕ ਆ। ਗੁਰਦੁਆਰਿਆਂ ਨੂੰ ਵੀ ਮੰਦਰ ਸਮਝ ਕੇ ਢਾਇਆ, ਜਦਕਿ ਗੁਰਦੁਆਰੇ ਮੰਦਰ ਤੋਂ ਹੁੰਦੇ ਹੀ ਟੋਟਲ ਡਿਫਰੈਂਟ ਆ। ਇੱਕ ਪਾਸੇ ਜੀ ਬਾਬੇ ਗੁਰੂ ਨਾਨਕ ਨੂੰ ਮੁਸਲਮਾਨ ਕਹਿੰਦੇ, ਦੂਜੇ ਪਾਸੇ ਉਹਦੇ ਜਿੱਥੇ ਉਹਦਾ ਨਾਂ ਲਿਆ ਜਾਂਦਾ ਵਾ ਉਹ ਅਸੀਂ ਢਾਹ ਛੱਡੇ ਸਾਰੇ। ਬਾਬਾ ਜੀ ਨੂੰ ਇੱਕ ਪਾਸੇ ਅਸੀਂ ਕਹਿੰਦੇ ਜੀ ਬੜੇ ਵੱਡੇ ਸੰਤ ਸੀ, ਸਾਧੂ ਸੀ, ਵਲੀਉੱਲਾ ਸੀ, ਬਜ਼ੁਰਗ ਸੀਗੇ, ਅੱਲਾ ਵਾਲੇ ਸੀਗੇ, ਰੱਬ ਵਾਲੇ ਸੀਗੇ। ਦੂਜੇ ਪਾਸੇ ਗੁਰਦੁਆਰਾ ਕੋਈ ਨਹੀਂ ਛੱਡਿਆ ਮੰਦਰ ਸਮਝ ਕੇ। ਸਾਡੀ ਕੌਮ ਦੀ ਜਾਹਲੀਅਤ ਦਾ ਇਹ ਹਾਲ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੰਦਰ ਔਰ ਗੁਰਦੁਆਰੇ 'ਚ ਕੀ ਫਰਕ ਹੈ। ਔਰ ਇੱਕ ਮੁਸਲਮਾਨਾਂ ਵੀਰਾਂ ਵਾਸਤੇ ਮੈਂ ਕੀ ਕਰਦਾ, ਅਗਰ ਮੈਂ ਕਿਸੇ ਨੂੰ ਕੋਈ ਵੀ ਗੱਲ ਮਾੜੀ ਲੱਗੇ ਤੇ ਮਾਜ਼ਰਤ, ਸੌਰੀ, ਪਰ ਮੇਰਾ ਕੁਰਾਨ ਦੀ ਇਸ ਆਇਤ ਤੇ ਮੈਂ ਅਮਲ ਹੈ ਕਿ ਅੱਲਾਹ ਤਾਲਾ ਕਹਿੰਦਾ ਕਿ ਯਾ ਅਯੁਹੱਲਜ਼ੀਨਾ ਆਮਨੂ ਤਕੁल्लाह, ऐ ईमान वालो सच बोलो, सच का साथ दो, वकूनू मस्सादिकीन, और सच बोलने वालों के साथ, सच्चों के साथ हो जाओ। मैं क्यों झूठ बोला? ਅਸੀਂ ਤਬਾਹ ਕੀਤੇ ਨੇ, ਮੰਦਰ ਤਬਾਹ ਕੀਤੇ ਨੇ, ਗੁਰਦੁਆਰੇ ਤਬਾਹ ਕੀਤੇ ਨੇ, ਬੜੀਆਂ ਤਬਾਹ ਕੀਤੀਆਂ ਨੇ। ਅਸੀਂ ਕਿਸੇ ਚੀਜ਼ ਨੂੰ ਨਹੀਂ ਛੱਡਿਆ। ਮੈਂ ਖੁਦ ਵੇਖਿਆ, ਆਪਦੀ ਅੱਖਾਂ ਨੇ ਵੇਖਿਆ। ਬਹੁਤ ਸਾਰੇ ਗੁਰਦੁਆਰੇ ਜਿਹੜੇ ਨੇ ਉਹਨਾਂ ਨੂੰ ਮਸਜਿਦਾਂ ਬਣਾ, ਚਲੋ ਐਜ਼ ਏ ਮੁਸਲਿਮ ਮੈਂ ਐਪਰੀਸ਼ੀਏਟ ਕਰਦਾ, ਚਲੋ ਠੀਕ ਹੈ ਜੀ, ਮੰਨ ਲਿਆ। ਪਰ ਜੇ ਕਿਸੇ ਮਸਜਿਦ ਨੂੰ ਗੁਰਦੁਆਰਾ ਬਣਾ ਲੇ, ਫੇਰ ਕਿਉਂ ਦੋਹਰਾ ਮਿਆਰ? ਉੱਥੇ ਵੀ ਤੇ ਰੱਬ ਦਾ ਨਾਂ ਲਿਆ ਜਾਂਦਾ, ਇੱਥੇ ਵੀ ਰੱਬ ਦਾ ਨਾਂ ਲਿਆ ਜਾ ਰਿਹਾ। ਕਿੰਨੇ ਗੁਰਦੁਆਰੇ ਜਿਹੜੇ ਨੇ ਮਸਜਿਦਾਂ ਬਣਾ ਲਈਆਂ, ਚਲੋ ਇੰਨਾ ਛੱਡ, ਕਿੰਨੇ ਗੁਰਦੁਆਰੇ ਜਿਹੜੇ ਢਾਹ ਕੇ ਕਬਜ਼ੇ ਕਰ ਰਹੇ ਨੇ ਉਹਨਾਂ ਉੱਪਰ। ਔਰ ਇਤਿਹਾਸਿਕ ਪੁਰਾਣੇ, ਕੌਣ ਜ਼ਿੰਮੇਦਾਰ ਇਹਦਾ? ਮੈਂ ਮੱਕਾ ਮਦੀਨਾ ਚੱਪਾ ਫਿਰਿਆ, ਅਲਹਮਦੁਲਿਲਾ। ਬਹੁਤ ਸਾਲ ਮੈਂ ਉੱਥੇ ਰਿਹਾ ਮੱਕੇ ਦੇ ਵਿੱਚ। ਖਾਨਾ ਕਾਬਾ ਮੇਰੇ ਤੋਂ ਸਿਰਫ ਪੈਦਲ 2 ਮਿੰਟ ਦਾ ਰਾਸਤਾ ਸੀ। ਉੱਤੋਂ ਮੇਰੇ ਆਫਿਸ ਚੋਂ ਹਰਮ ਦਿਖਦਾ ਹੁੰਦਾ ਸੀ ਤਵਾਫ ਕਰਦੇ। ਹਮੇਸ਼ਾ ਆ ਕੇ ਜ਼ੋਰ ਜ਼ਮਜ਼ਮ ਦੇ ਪਾਣੀ ਨਾਲ ਕਰਕੇ ਵਜ਼ੂ ਕਰੀਦਾ ਸੀਗਾ। ਮੈਂ ਕੋਈ ਮੱਕੇ ਮਦੀਨੇ ਦੀ ਜਗ੍ਹਾ ਨਹੀਂ ਛੱਡੀ ਜਿੱਥੇ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੇ ਪਾँव ਮੁਬਾਰਕ ਲਾਏ ਹੋਣ, ਔਰ ਮੈਂ ਉਹ ਜਗ੍ਹਾ ਨਾਲ ਵੀ, ਚਾਹੇ ਉੱਥੇ ਸਊਦੀਆਂ ਨੇ ਮਸਜਿਦ ਬਣਾਤੀ, ਚਾਹੇ ਉੱਥੇ ਉਹਨਾਂ ਨੇ ਰੋਡ ਬਣਾਤਾ, ਚਾਹੇ ਪਾਰਕ ਬਣਾਤਾ, ਚਾਹੇ ਹੋਟਲ ਬਣਾਤਾ, ਮੈਂ ਉਹ ਜਗ੍ਹਾ ਸਾਰੀਆਂ ਲੱਭੀਆਂ। 8-9 ਸਾਲ ਫਿਰਿਆ। ਮੈਂ ਇੱਥੇ ਕਿਉਂ ਝੂਠ ਮਾਰਾਂ? ਸਾਡੇ ਮੁਲਕ 'ਚ ਕਿਉਂ ਕਹਾਂ ਕਿ ਇੱਥੇ ਬਹੁਤ ਵਧੀਆ ਹਾਲ ਹੈ, ਬਹੁਤ ਬਰਬਾਦ ਕਰਤਾ ਹੋਇਆ ਗੁਰਦੁਆਰਿਆਂ। ਮੈਂ ਬਹੁਤ ਫਿਰਿਆ, ਹੌਲੀ ਢਾਹ ਕੇ ਫਿਰ ਢਾਹ ਦੇਣੇ। ਫਿਰ ਕਹਿੰਦੇ ਜੀ ਆਪੇ ਡਿੱਗ ਗਿਆ ਸੀ ਬਾਰਿਸ਼ ਦੇ ਨਾਲ। ਕਿਹੜਾ ਕੋਈ ਪੁੱਛਣ ਵਾਲਾ? ਕਿਸੇ ਨੇ ਆ ਕੇ ਕਿਹੜਾ ਪੁੱਛਣਾ? ਦੂਜੀ ਗੱਲ ਇਹ, ਫਿਰ ਇਹ ਕੌਮ ਇੱਡੀ ਇਸ ਤਰ੍ਹਾਂ ਸਭ ਨੇ ਬਹੁਤ ਜ਼ਿਆਦਾ ਅਕਸਰੀਅਤ ਇੰਝ ਦੇ ਨੇ। ਜਾਹਲ ਉਹਨੂੰ ਨਹੀਂ ਕਿਹਾ ਜਾਂਦਾ ਕਿ ਜਾਹਲ ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ, PhD ਭਾਵੇਂ ਹੋਵੇ, ਉਹ ਵੀ ਜਾਹਲ। ਜਾਹਲ ਉਹ ਹੁੰਦਾ ਕਿ ਜਿੰਨਾ ਲਕੀਰ ਦਾ ਫਕੀਰ ਹੁੰਦਾ, ਜਿੱਥੇ ਹੈ ਉਹਨੇ ਉੱਥੇ ਹੀ ਰਹਿਣਾ, ਉਹਨੇ ਦੂਜੇ ਪਾਸੇ ਸਰਚ ਨਹੀਂ ਕਰਨੀ। ਇੱਕ ਸਿਲਾਈ ਮਸ਼ੀਨ ਫੇਸਬੁੱਕ ਤੇ ਕਿਸੇ ਨੇ ਪੋਸਟ ਕਰਤੀ, ਦੇਖਤਾ ਪੁਰਾਣੀ ਸੀ, ਪੁਰਾਣਾ ਮਾਡਲ, ਲਿਖਤਾ ਸੀ ਕਿ हज़रत आयशा की सिलाई मशीन। हज़रत आयशा उम्मुल मोमिनीन है, बहुत उन्हों का रुतबा है, उन्होंने बारे कहता। और 15,000 बंदे ने ਉਹਦੇ ਉੱਤੇ ਮਾਸ਼ਾਅੱਲਾ ਸੁਭਾਨ ਅੱਲਾ ਦੇ ਕਮੈਂਟਸ ਕੀਤੇ, ਔਰ 8-10 ਹਜ਼ਾਰ ਦੇ ਕਰੀਬ ਉਹਨੂੰ ਸ਼ੇਅਰ ਕੀਤਾ। ਉਹ ਜਿਹੜੇ 20-25 ਹਜ਼ਾਰ ਬੰਦਾ ਸੀ, ਉਹ ਕਿਤੋਂ ਮਰੀਖ ਤੋਂ ਆਏ ਸੀਗੇ, ਉਹ ਸਾਰੇ ਅਨਪੜ੍ਹ ਸੀ। ਪਤਾ ਨਹੀਂ ਉਹਦੇ 'ਚ ਡਾਕਟਰ ਵੀ ਹੋਣਗੇ, ਪ੍ਰੋਫੈਸਰ ਵੀ ਹੋਣਗੇ, ਬਿਜ਼ਨਸਮੈਨ ਵੀ ਹੋਣਗੇ, ਪਤਾ ਨਹੀਂ ਕੀ ਹੋਣਗੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਉਸ ਜ਼ਮਾਨੇ ਸਿਲਾਈ ਮਸ਼ੀਨ ਹੁੰਦੀ ਹੀ ਨਹੀਂ ਸੀ।
ਇਹ ਉਹੀ ਕੌਮ ਆ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ ਤੇ ਉਹਦੇ ਮੁਕਾਬਲੇ 'ਚ ਪਾਕਿਸਤਾਨ ਦੀ ਫੜ ਕੇ ਬਰਬਾਦੀ ਲਾਤੀ। ਇਹਨਾਂ ਨੇ ਕੋਈ ਚੀਜ਼ ਨਹੀਂ ਛੱਡੀ, ਨਾ ਕਿ ਗੁਰਦੁਆਰਾ ਛੱਡਿਆ। ਤਰੀਖੀ ਜਿਨ੍ਹਾਂ ਦੇ ਅਸੀਂ ਕਰੋੜਾਂ ਰੁਪਈਆ ਕਮਾ ਸਕਦੇ ਸੀ, ਸਾਡਾ ਮੁਲਕ ਕਮਾ ਸਕਦਾ ਸੀ, ਸਿਆ ਸਕਦੇ ਸੀ, ਸਾਡਾ ਇੱਕ ਪੋਜ਼ਿਟਿਵ ਫੇਸ, ਅਸੀਂ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ, ਸਾਡਾ ਇੱਕ ਪੋਜ਼ਿਟਿਵ ਫੇਸ ਜਾਂਦਾ ਕਿ ਯਾਰ ਮੁਸਲਮਾਨ ਬਹੁਤ ਨੇ, ਚੰਗੀ ਕੌਮ ਨੇ ਕਿ ਜਿਹੜੇ ਸਾਡੀਆਂ ਵੀ ਚੀਜ਼ਾਂ ਸੰਭਾਲ ਕੇ ਰੱਖਦੇ ਨੇ। ਇਹ ਉਹ ਜਗ੍ਹਾ ਸੀਗੀ ਜਿੱਥੇ ਜਦੋਂ ਮੇਲਾ ਲੱਗਦਾ ਸੀਗਾ ਲੱਖਾਂ ਲੋਕ ਆਉਂਦੇ ਸੀਗੇ, ਹੱਥ ਬੰਨ੍ਹ ਕੇ ਸਿਰ ਝੁਕਾ ਕੇ ਨਮਨ ਕਰਦੇ ਹੋਏ ਅੱਗੇ ਜਾਂਦੇ ਸੀਗੇ। ਬਾਬਾ ਚੰਦਮੰਦ ਜੀ ਬੜਾ ਵੱਡਾ ਮੇਲਾ ਲੱਗਦਾ ਸੀਗਾ। ਅੱਜ ਡਿੱਗਣ ਦੀ ਹਾਲਤ 'ਚ, ਅੱਜ ਨਹੀਂ ਤੇ ਕੱਲ 2 ਸਾਲ 4 ਸਾਲ 5 ਸਾਲ ਕੱਢ ਜੂਗਾ, ਹੋ ਰਹੇ ਕਿੰਨਾ ਹੀ ਨੇ ਕੱਟਣਾ। ਥੱਲੇ ਟੋਏ ਮਾਰ ਕੇ ਤੇ ਖਜ਼ਾਨੇ ਦੇ ਲਾਲਚੀਆਂ ਨੇ, ਭੁੱਖਿਆਂ ਨੇ ਕਿ ਪਤਾ ਨਹੀਂ ਥੱਲੇ ਸੋਨਾ ਨੱਪਿਆ ਵਾ, ਤਬਾਹ ਕਰਤੀ ਬਿਲਡਿੰਗ। ਇੱਧਰ ਵੀ ਟੋਏ ਮਾਰੇ, ਇਹ ਸਾਰੇ ਟੋਏ ਮਾਰੇ। ਕਿਸ ਬਾਰੇ ਮੈਂ ਗੱਲ ਕਰਾਂ, ਕੀ ਗੱਲ ਕਰਾਂ ਮੈਂ ਕਿ ਅਸੀਂ ਕਿਸ ਤਰ੍ਹਾਂ ਆਪਦਿਆਂ ਪੈਰਾਂ ਤੇ ਮਾਰ ਕੁਹਾੜੀਆਂ ਸੀ ਆਪਦੇ ਕਲਚਰ ਨੂੰ, ਜਿੱਥੇ ਲੱਖਾਂ ਲੋਕਾਂ ਨੇ ਆਉਣਾ ਸੀਗਾ, ਇੱਥੇ ਅਸੀਂ ਉਹ ਬਰਬਾਦ ਕਰਦੇ ਜਾ ਰਹੇ ਹਾਂ। ਨਾ ਕਿਸੇ ਨੂੰ ਮਹਿਕਮਾ ਔਕਾਫ ਨੂੰ ਇਸ ਚੀਜ਼ ਦੀ ਕੋਈ ਪਰਵਾਹ ਵਾ, ਨਾ ਕਿਸੇ ਸਰਕਾਰ ਨੂੰ, ਨਾ ਕਿਸੇ ਇੱਥੋਂ ਦੇ ਰਹਿਣ ਵਾਲੇ ਨੂੰ ਕਿ ਯਾਰ ਕਿ ਚਲੋ ਸਾਡਾ ਨਹੀਂ ਤਾਂ ਕਿਸੇ ਦਾ ਤੇ ਮੰਨਣ ਵਾਲਾ ਹੈ ਨਾ, ਕਿਸੇ ਦਾ ਤੇ ਰਿਸਪੈਕਟਡ ਹੈ ਨਾ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਮਦੀਨਾ ਦੇ ਵਿੱਚ ਈਸਾਈ ਆਏ ਨਜਰਾਨ ਤੋਂ ਕਰਨ ਵਾਸਤੇ ਮੁਨਾਜ਼ਰਾ ਕਿ ਅਸੀਂ ਤੁਹਾਨੂੰ ਨਬੀ ਨਹੀਂ ਮੰਨਦੇ। 3 ਦਿਨ ਮੁਨਾਜ਼ਰਾ ਹੁੰਦਾ ਰਿਹਾ, 3 ਦਿਨ ਜਾਂ 7 ਦਿਨ ਜਾਂ ਕਿੰਨੇ ਵੀ ਦਿਨ ਮੁਖਤਲਿਫ ਦਿਨ ਹੁੰਦੇ ਨੇ। ਮਸਜਿਦ ਨਬਵੀ ਦੇ ਵਿੱਚ, ਜਿਹੜੀ ਸਾਡੀ ਪਵਿੱਤਰ ਮਸਜਿਦ ਹੈ ਮਦੀਨੇ ਦੇ ਵਿੱਚ, ਉੱਥੇ ਇੱਕ ਜਗ੍ਹਾ ਮਖਸੂਸ ਕਰਤੀ ਸੀ ਕਿ ਆਓ ਤੁਸੀਂ ਇੱਥੇ ਇਬਾਦਤ ਕਰੋ, ਜਿੰਨੇ ਦਿਨ ਮਰਜ਼ੀ ਰਹਿ ਲਓ, ਤੁਹਾਨੂੰ ਕੋਈ ਨਹੀਂ ਪੁੱਛੇਗਾ। ਪਿਆਰ ਖਾਣਾ ਵੀ ਉਹਨਾਂ ਨੂੰ ਦਿੱਤਾ ਜਾਂਦਾ ਸੀ, ਇਬਾਦਤ ਵੀ ਕਰਦੇ। ਅਸੀਂ ਲੋਕਾਂ ਦੀ ਇਬਾਦਤਾਂ ਦਾ ਅਸੀਂ ਆਹ ਹਾਲ ਕਰਦੇ ਨੇ, ਤੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੀ ਸਾਡੀਆਂ ਇਬਾਦਤਾਂ ਦਾ ਤੁਸੀਂ ਤਹਫ਼ੁਜ਼ ਕਰੋ। ਅਗਰ ਕੋਈ ਇੰਗਲੈਂਡ 'ਚ ਕੁਰਾਨ ਜਲਾ ਦਿੰਦਾ ਵਾ ਤੇ ਅਸੀਂ ਕਿਸ ਮੂੰਹ ਨਾਲ ਫਿਰ ਇhtਜਾਜ ਕਰਦੇ ਹਾਂ? ਅਸੀਂ ਕਿਹੜਾ ਕਿਸੇ ਨੂੰ ਬਖਸ਼ਦੇ ਹਾਂ? ਜਦੋਂ ਸਾਡੇ ਕੋਈ ਕਾਬੂ ਆਉਂਦਾ ਤੇ ਅਸੀਂ ਵੀ ਫਿਰ ਇੰਝ ਹੀ ਕਰਦੇ ਨੇ। ਇੰਝ ਨਹੀਂ ਹੈ, ਇੰਝ ਦੀਆਂ ਮੈਂ ਪਾਕਿਸਤਾਨ ਵਿੱਚ 100ਵਾਂ ਦੇ ਹਿਸਾਬ ਨਾਲ ਗੁਰਦੁਆਰੇ ਬੜੀਆਂ ਜਿਹੜੀਆਂ 92 ਦੇ ਵਿੱਚ ਢਾਈਆਂ ਗਈਆਂ ਔਰ ਹੁਣ ਤੱਕ ਢਾਈਆਂ ਹੀ ਜਾ ਰਹੀਆਂ। ਕੋਈ ਕਬਜ਼ੇ ਹੋ ਗਏ ਨੇ, ਕੁਝ ਕੀ ਹੋ ਰਿਹਾ ਨੇ, ਕਿੱਡਾ ਦਿਲ ਦੁਖਦਾ ਆ ਕੇ। ਵਾਕੂਨੂ ਮੁਸਾਦਿਕੀਨ, ਸਿਰਫ ਸੱਚ ਬੋਲਣ ਵਾਲੇ ਦਾ ਸਾਥ ਦਿਓ ਤੇ ਸਿਰਫ ਸੱਚ ਬੋਲਣਾ। ਮੇਰਾ ਚੈਨਲ ਦਾ ਮਕਸਦ ਹੀ ਹੈ ਸੱਚ ਦਿਖਾਉਣਾ, ਸੱਚ ਬੋਲਣਾ। ਇਹ ਮੜੀ ਹੈ ਜੀ ਬਾਬਾ ਚੰਦਮੰਦ ਜੀ ਦੀ। ਅੰਦਰ ਇੰਨਾ ਖੂਬਸੂਰਤ ਅਜੇ ਵੀ ਬਣਿਆ ਹੋਇਆ ਸੀਗਾ। ਅਗਰ ਇਹਨੂੰ ਥੋੜਾ ਜਿਹਾ ਰਿਪੇਅਰ ਕਰ ਦਿੱਤਾ ਜਾਂਦਾ ਤੇ ਕੀ ਕਿਸੇ ਦਾ ਘਟਦਾ ਸੀ।